ਤੁਸੀਂ ਕਥਾ ਕੀਰਤਨ ਸੁਣਨ ਵਾਲੇ ਬੈਠੇ ਹੋ। ਕਰਮਾਂ ਕਰਕੇ ਵਿਛੜ ਸਕਦੇ ਆ, ਕਰਮਾਂ ਕਰਕੇ ਰੱਬ ਦੇ ਨੇੜੇ ਹੋ ਸਕਦੇ ਆ, ਪਰ ਕਮਾਲ ਦੀ ਗੱਲ, ਕਰਮਾਂ ਕਰਕੇ ਰੱਬ ਨੂੰ ਮਿਲ ਨਹੀਂ ਸਕਦੇ। ਮਹਾਰਾਜ ਕਿਉਂ? ਕਹਿੰਦੇ ਜਦੋਂ ਮਿਲਾਪ ਹੋਣਾ ਨਾ, ਉਹ ਕਿਰਪਾ ਉੱਤੇ ਡਿਪੈਂਡ ਹੈ। ਤੇਰੇ ਕਰਮਾਂ ਦਾ ਕੋਈ ਦਾਅਵਾ ਨਹੀਂ ਹੈ ਕਿ ਮੈਂ ਕਰਮ ਕਰਕੇ ਰੱਬ ਨੂੰ ਮਿਲ ਲੈਣਾ, ਚੰਗੇ ਕਰਮ ਕਰਾਂਗਾ ਮੈਨੂੰ ਰੱਬ ਮਿਲ ਜਾਣਾ। ਨਹੀਂ, ਉਹਦੀ ਕਿਰਪਾ ਹੋਏਗੀ ਤਾਂ ਮਿਲੇਗਾ। ਜੇ ਕਿਰਪਾ ਨਾ ਹੋਈ ਤਾਂ ਹੋ ਸਕਦਾ ਤੇਰੇ ਕਰਮਾਂ ਉੱਤੇ ਵੀ ਕਾਂਟਾ ਵੱਜ ਜਾਏ। ਵੱਡੇ ਵੱਡੇ ਸਾਧੂ ਸੰਤ ਗੁਰੂ ਅਖਵਾਉਣ ਵਾਲੇ ਰੱਬ ਨੂੰ ਨਹੀਂ ਮਿਲ ਸਕੇ, ਜਨਮ ਮਰਨ ਤੋਂ ਮੁਕਤ ਨਹੀਂ ਹੋਏ। ਕਿਉਂ? ਕਿਰਪਾ ਤੋਂ ਵਾਂਝੇ ਰਹਿ ਗਏ। ਦਸਮ ਪਾਤਸ਼ਾਹ ਦੀ ਇੱਕ ਸਾਖੀ ਆਉਂਦੀ ਹੈ। ਜਦੋਂ ਤੁਸੀਂ ਹਜ਼ੂਰ ਸਾਹਿਬ ਜਾਂਦੇ ਹੋ, ਉੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਥਾਨ ਬਣਿਆ ਹੋਇਆ ਹੈ, ਜਿੱਥੇ ਸਭ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਹਾਰਾਜ ਮਿਲੇ। ਉਹ ਗੁਰਦੁਆਰੇ ਦਾ ਨਾਮ ਬੰਦਾ ਘਾਟ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਦੇ ਪਲੰਘ ਉੱਤੇ ਜਾ ਕੇ ਬਹਿ ਜਾਂਦੇ ਨੇ। ਮਾਧੋ ਦਾਸ ਵੈਰਾਗੀ ਜਿਹੜਾ ਉਹ ਕਰਾਮਾਤਾਂ ਰਿਧੀਆਂ ਸਿੱਧੀਆਂ ਜਾਣਦਾ, ਮੰਤਰ ਪੜ੍ਹ ਕੇ ਕਈ ਮੀਲਾਂ ਤੋਂ ਪਲੰਘ ਪਟਾ ਦਿੰਦਾ। ਜਦੋਂ ਪਾਤਸ਼ਾਹ ਉਹ ਪਲੰਘ ਉੱਤੇ ਬਹਿ ਗਏ, ਉਹਦੇ ਚੇਲਿਆਂ ਨੇ ਜਾ ਕੇ ਦੱਸਿਆ ਕੋਈ ਗੁਰੂ ਆਇਆ, ਘੋੜੇ ਤੇ ਸਵਾਰ ਹੈ, ਕਲਗੀ ਲੱਗੀ ਹੋਈ ਹੈ, ਸ਼ਸਤਰਧਾਰੀ ਸਿੰਘ ਨੇ ਉਹਦੇ ਨਾਲ, ਉਹ ਆਉਂਦਿਆਂ ਤੁਹਾਡੇ ਪਲੰਘ ਤੇ ਬਹਿ ਗਿਆ। ਮਾਧੋ ਦਾਸ ਵੈਰਾਗੀ ਨੇ ਉੱਥੋਂ ਹੀ ਮੰਤਰ ਪੜ੍ਹਿਆ, ਔਰ ਉਹਨੇ ਆਪਣਾ ਹੱਥ ਮੰਤਰ ਪੜ੍ਹ ਕੇ ਜਿਵੇਂ ਹੀ ਐਂ ਪੁੱਠਾ ਕੀਤਾ, ਉਹਦੇ ਮਨ ਸੀ ਵੀ ਅੱਗੇ ਵੀ ਪਲੰਘ ਪੁੱਠਾ ਹੋ ਜਾਂਦਾ, ਪਰ ਉਹ ਪਲੰਘ ਪਲਟਾ ਨਹੀਂ ਸਕਿਆ। ਜਦੋਂ ਉਹਦੇ ਮੰਤਰ ਫੇਲ ਹੋ ਗਏ, ਫਿਰ ਉਹ ਚੱਲ ਕੇ ਗੋਦਾਵਰੀ ਦੇ ਕੰਢੇ ਆਇਆ ਮਹਾਰਾਜ ਕੋਲ। ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਵੇਖ ਕੇ ਉਹਦੇ ਅੰਦਰ ਕੁਝ ਇਸ ਤਰ੍ਹਾਂ ਚੱਲ ਪਿਆ ਵੀ ਜਿਹਨੂੰ ਮੈਂ ਪਲੰਘ ਨਹੀਂ ਪਟਾ ਸਕਿਆ, ਜਿਹਦੇ ਸਾਹਮਣੇ ਮੇਰੀਆਂ ਰਿਧੀਆਂ ਸਿੱਧੀਆਂ ਨਹੀਂ ਚੱਲੀਆਂ, ਇਹ ਕੋਈ ਬਹੁਤ ਪਹੁੰਚ ਵਾਲਾ ਗੁਰੂ ਹੈ। ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹਿੰਦਾ ਤੁਸੀਂ ਕੋਈ ਗੁਰੂ ਹੋ? ਤਾਂ ਮਹਾਰਾਜ ਮਾਧੋ ਦਾਸ ਵੈਰਾਗੀ ਨੂੰ ਪੁੱਛਦੇ ਨੇ, ਕਹਿੰਦੇ ਵੀ ਤੈਨੂੰ ਗੁਰੂ ਬਾਰੇ ਪਤਾ ਹੈ? ਕਹਿੰਦਾ ਹਾਂਜੀ, ਮੈਂ ਵੀ ਗੁਰੂ ਵਾਲਾ। ਤਾਂ ਪਾਤਸ਼ਾਹ ਕਹਿੰਦੇ ਜਿਨ੍ਹਾਂ ਦਾ ਗੁਰੂ ਕੱਚਾ ਹੋਵੇ ਉਹਦੇ ਚੇਲੇ ਵੀ ਕੱਚੇ ਰਹਿ ਜਾਂਦੇ ਨੇ, ਜਿਨ੍ਹਾਂ ਦਾ ਗੁਰੂ ਅੰਨਾ ਹੋਵੇ ਚੇਲੇ ਵੀ ਅੰਨੇ ਰਹਿ ਜਾਂਦੇ ਨੇ, ਜਿਨ੍ਹਾਂ ਦਾ ਗੁਰੂ ਮੁਕਤ ਨਾ ਹੋਵੇ ਮਾਧੋ ਦਾਸ ਚੇਲੇ ਵੀ ਮੁਕਤ ਨਹੀਂ ਹੁੰਦੇ। ਤਾਂ ਫਿਰ ਉਹ ਮਾਧੋ ਦਾਸ ਵੈਰਾਗੀ ਬੋਲਿਆ, ਕਹਿੰਦਾ ਜੀ ਮੇਰਾ ਗੁਰੂ ਤਾਂ ਬਹੁਤ ਪਹੁੰਚਿਆ ਹੋਇਆ ਸੀ, ਮੇਰਾ ਗੁਰੂ ਤਾਂ ਬਹੁਤ ਪਹੁੰਚਿਆ ਹੋਇਆ ਸੀ। ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਮੁਸਕਰਾ ਪਏ, ਕਹਿੰਦੇ ਮਾਧੋ ਦਾਸ ਵੈਰਾਗੀ ਤੇਰਾ ਗੁਰੂ ਜਾਨਕੀ ਦਾਸ ਕਿਤੇ ਨਹੀਂ ਪਹੁੰਚਿਆ ਹੋਇਆ ਸੀ, ਉਹ ਤਾਂ ਅਜੇ ਵੀ ਜੂਨਾਂ ਵਿੱਚ ਤੁਰਿਆ ਫਿਰਦਾ। ਤੇਰਾ ਗੁਰੂ ਮੁਕਤ ਨਹੀਂ ਹੋਇਆ ਜਾਨਕੀ ਦਾਸ। ਕਹਿੰਦਾ ਮਹਾਰਾਜ ਮੈਂ ਕਿਵੇਂ ਮੰਨਾਂ? ਤਾਂ ਪਾਤਸ਼ਾਹ ਨੇ ਲੱਗੇ ਹੋਏ ਦਰਖਤ ਦੇ ਫਲ ਵੱਲ ਇਸ਼ਾਰਾ ਕੀਤਾ, ਕਹਿੰਦੇ ਮਾਧੋ ਦਾਸ ਆ ਫਲ ਤੋੜ। ਉਹਨੇ ਪੱਕਿਆ ਹੋਇਆ ਫਲ ਤੋੜਿਆ। ਜਦੋਂ ਫਲ ਤੋੜਿਆ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ, ਕਹਿੰਦੇ ਇਹਨੂੰ ਦੋਵਾਂ ਹੱਥਾਂ ਨਾਲ ਫਲ ਨੂੰ ਪਾੜ। ਜਿਵੇਂ ਆਪਾਂ ਸੰਤਰਾ ਪਾੜੀ ਦਾ, ਐਦਾਂ ਉਹਨੇ ਦੋਹਾਂ ਹੱਥਾਂ ਨਾਲ ਉਹ ਫਲ ਨੂੰ ਪਾੜਿਆ। ਉਹਦੇ ਵਿੱਚ ਇੱਕ ਨਿੱਕਾ ਜਿਹਾ ਕੀੜਾ ਸੀ, ਔਰ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ, ਕਹਿੰਦੇ ਹੁਣ ਆਪਣੇ ਗੁਰੂ ਦਾ ਨਾਮ ਲੈ ਕੇ ਬੋਲ, ਇਹ ਮੂੰਹ ਚੱਕ ਕੇ ਤੇਰੇ ਵੱਲ ਬੋਲੇਗਾ। ਕਹਿੰਦੇ ਤੇਰਾ ਗੁਰੂ ਕੀੜਾ ਬਣ ਕੇ ਫਲ 'ਚ ਪਿਆ। ਜਦੋਂ ਮਾਧੋ ਦਾਸ ਵੈਰਾਗੀ ਨੇ ਉਹਦਾ ਨਾਮ ਲੈ ਕੇ ਬੋਲਿਆ, ਉਹ ਕੀੜਾ ਮੂੰਹ ਚੁੱਕੇ ਉੱਪਰ ਨੂੰ। ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਵੇਖ, ਤੇਰਾ ਤਾਂ ਗੁਰੂ ਨਹੀਂ ਮੁਕਤ ਹੋਇਆ, ਤੈਨੂੰ ਕੀ ਮੁਕਤ ਕਰੇਗਾ? ਮਾਧੋ ਦਾਸ ਵੈਰਾਗੀ ਚਰਨਾਂ ਢਹਿ ਪਿਆ, ਮਹਾਰਾਜ ਜੀ ਮੇਰਾ ਗੁਰੂ ਮੁਕਤ ਕਿਉਂ ਨਹੀਂ ਹੋਇਆ? ਕਹਿੰਦੇ ਤੇਰੇ ਗੁਰੂ ਕੋਲ ਰਿਧੀਆਂ ਸਿੱਧੀਆਂ ਸੀ, ਕਰਾਮਾਤਾਂ ਸੀ, ਸੈਂਕੜੇ ਇਹਦੇ ਚੇਲੇ ਸੀ, ਪਰ ਇਹ ਆਪਣੀਆਂ ਕਾਮਨਾਵਾਂ ਮਨਸਾ ਵਾਸ਼ਨਾਵਾਂ ਵਸ ਵਿੱਚ ਨਹੀਂ ਕਰ ਸਕਿਆ। ਅੰਤ ਮਰਨ ਲੱਗੇ ਇਹਦੇ ਮਨ ਵਿੱਚ ਕਾਮਨਾ ਪੈਦਾ ਹੋ ਗਈ, ਉਸ ਕਰਮ ਕਰਕੇ ਇਹਨੂੰ ਫਲ ਵਿੱਚ ਜੂਨ ਲੈਣੀ ਪਈ। ਕਹਿੰਦੇ ਜਦੋਂ ਇਹ ਮਰਿਆ ਨਾ, ਮਾਧੋ ਦਾਸ ਵੈਰਾਗੀ ਸੁਣ, ਤੇਰਾ ਗੁਰੂ ਅੰਤ ਵੇਲੇ ਮਰਨ ਲੱਗਾ, ਮਰਨ ਲੱਗਿਆ ਚਿੱਤ ਵਿੱਚ ਕਾਮਨਾ ਆ ਗਈ, ਮੈਂ ਫਲਾਨਾ ਫਲ ਖਾਣਾ ਸੀ। ਕਹਿੰਦੇ ਫਲ ਖਾਣ ਦੀ ਇੱਛਾ ਪੈਦਾ ਹੋ ਗਈ, ਸਵਾਸ ਪੂਰੇ ਹੋ ਗਏ, ਮਰਨ ਤੋਂ ਬਾਅਦ ਹੁਣ ਫਲ ਵਿੱਚ ਹੀ ਜਨਮ ਲੈ ਰਿਹਾ। ਕਿੰਨੀ ਵਾਰ ਕੀੜਾ ਬਣ ਕੇ ਇਸ ਫਲ 'ਚ ਪੈਦਾ ਹੋਇਆ।
ਚਰਨਾਂ ਵਿੱਚ ਟਹਿ ਪਿਆ। ਮਹਾਰਾਜ ਫਿਰ ਮੈਨੂੰ ਰਾਹ ਦੱਸੋ। ਕਹਿਣ ਲੱਗੇ ਗੁਰੂ ਪੂਰਾ ਹੋਣਾ ਚਾਹੀਦਾ। ਮਾਧੋ ਦਾਸ ਵੈਰਾਗੀ ਜਿਨ੍ਹਾਂ ਦੇ ਗੁਰੂ ਕੱਚੇ ਨੇ, ਚੇਲੇ ਵੀ ਕੱਚੇ ਰਹਿ ਜਾਂਦੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ, ਜੇ ਚਿੱਤ ਵਿੱਚ ਕਾਮਨਾ ਰਹਿ ਜਾਏ ਨਾ, ਮਰਨ ਲੱਗਿਆਂ ਵੀ ਫਲਾਨੀ ਚੀਜ਼ ਮਿਲ ਜਾਏ, ਉੱਥੇ ਹੀ ਜਨਮ ਹੋਣਾ ਹੈ। ਅੰਤ ਵੇਲੇ ਮਨ ਦੀ ਕਾਮਨਾ ਕਰਮ ਕਰਦਿਆਂ ਕਿਸੇ ਪਾਸੇ ਚਲੀ ਗਈ, ਉੱਥੇ ਜਨਮ ਹੋਣਾ ਹੈ, ਮੁਕਤ ਨਹੀਂ ਹੋ ਸਕਦਾ। ਇਹਨੂੰ ਮਹਾਰਾਜ ਨੇ ਬਾਣੀ ਅੰਦਰ ਕਿਹਾ, ਅੰਤ ਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਸਰਪ ਜੋਨ ਬਲ ਵੱਲ ਉਤਰੈ। ਕਹਿੰਦੇ ਅੰਤ ਵੇਲੇ ਧਿਆਨ ਚਲਾ ਗਿਆ ਕਿਤੇ, ਹਾਏ ਮਾਇਆ ਮੇਰਾ ਪੈਸਾ ਬੈਂਕ 'ਚ ਰਹਿ ਗਿਆ, ਫਲਾਨੇ ਤੋਂ ਪੈਸੇ ਲੈਣੇ ਸੀ। ਕਹਿੰਦੇ ਧਿਆਨ ਮਾਇਆ 'ਚ ਚਲਾ ਗਿਆ, ਮਰਨ ਤੋਂ ਬਾਅਦ ਸੱਪ ਦੀ ਜੂਨ 'ਚ ਪੈ ਜਾਣਾ। ਉਨੀ ਦੇਰ ਉਹਨੇ ਸੱਪ ਬਣੀ ਜਾਣਾ ਹੈ ਜਿੰਨੀ ਦੇਰ ਰੱਬ ਦੀ ਕਿਰਪਾ ਨਾ ਹੋਈ ਹੋਣਾ। ਰੱਬ ਦੀ ਕਿਰਪਾ ਹੋਏਗੀ ਫਿਰ ਮੁਕਤ ਹੋਣਾ, ਕਿਉਂਕਿ ਕਰਮਾਂ ਕਰਕੇ ਤਾਂ ਵਿਛੜ ਗਿਆ ਹੁਣ। ਫਿਰ ਮਹਾਰਾਜ ਨੇ ਅਗਲਾ ਬਚਨ ਕਿਹਾ, ਕਹਿੰਦੇ ਅੰਤ ਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ। ਭਾਈ ਅੰਤ ਵੇਲੇ ਧਿਆਨ ਚਲਾ ਗਿਆ, ਹਾਏ ਮੇਰੀ ਕੋਠੀ, ਮੇਰੀ ਜ਼ਮੀਨ। ਜਦੋਂ ਜ਼ਮੀਨ ਵਿੱਚ ਜਾਇਦਾਦ ਵਿੱਚ ਧਿਆਨ ਚਲਾ ਗਿਆ ਨਾ ਅੰਤ ਵੇਲੇ, ਹਾਏ ਮੇਰੀ ਕੋਠੀ। ਕਹਿੰਦੇ ਮਰਨ ਤੋਂ ਬਾਅਦ ਉੱਥੇ ਉਹਨੇ ਭਟਕਣਾ ਜਾ ਕੇ, ਕਿਹੜੀ ਜੂਨ ਵਿੱਚ? ਪ੍ਰੇਤ ਜੋਨ ਬਲ ਬਲ ਉਤਰੈ। ਕਹਿੰਦੇ ਪ੍ਰੇਤ ਦੀ ਜੂਨ ਵਿੱਚ, ਉੱਥੇ ਉਨੀ ਦੇਰ ਉਹਨੇ ਭਟਕਦਾ ਰਹਿਣਾ ਜਿੰਨੀ ਦੇਰ ਕਿਰਪਾ ਨਹੀਂ ਹੋ ਜਾਂਦੀ। ਜਦੋਂ ਰੱਬ ਦੀ ਕਿਰਪਾ ਹੋਏਗੀ ਉਦੋਂ ਮੁਕਤ ਹੋਏਗਾ। ਅੰਤ ਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਵਦਤ ਤਿਰਲੋਚਨ ਤੇ ਨਰ ਮੁਕਤਾ, ਪੀਤੰਬਰ ਵਾਕੈ ਹਿਰਦੈ ਵਸੈ। ਭਾਈ ਅੰਤ ਵੇਲੇ ਕਿਸੇ ਨੂੰ ਯਾਦ ਆ ਜਾਏ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ, ਉਹ ਬੰਦਾ ਮੁਕਤ ਹੋ ਸਕਦਾ ਹੈ। ਇਸ ਲਈ ਮਹਾਰਾਜ ਨੇ ਕਿਹਾ ਕਰਮਾਂ ਵਿੱਚ ਕੋਈ ਪਰਫੈਕਟ ਨਹੀਂ ਹੈ। ਮਾਧੋ ਦਾਸ ਵੈਰਾਗੀ ਦਾ ਗੁਰੂ ਜਾਨਕੀ ਦਾਸ ਫਲ ਵਿੱਚ ਕੀੜਾ ਬਣਦਾ ਰਿਹਾ। ਦਸਮ ਪਾਤਸ਼ਾਹ ਨੇ ਫਿਰ ਉਹਨੂੰ ਮੁਕਤ ਕੀਤਾ। ਕਿਉਂ? ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਰਪਾ ਕਰਕੇ ਉਹਨੂੰ ਮੁਕਤ ਕੀਤਾ, ਉਦੋਂ ਮਾਧੋ ਦਾਸ ਵੈਰਾਗੀ ਨੇ ਚਰਨ ਫੜ ਕੇ ਕਿਹਾ, ਮਹਾਰਾਜ ਮੈਨੂੰ ਆਪਣੀ ਸਿੱਖੀ ਬਖਸ਼ੋ, ਮੈਂ ਪੂਰੇ ਗੁਰੂ ਦਾ ਸਿੱਖ ਹੋਣਾ ਚਾਹੁੰਦਾ, ਮਹਾਰਾਜ ਮੈਨੂੰ ਮੁਕਤੀ ਮਿਲੇ। ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਿਰ ਮਾਧੋ ਦਾਸ ਵੈਰਾਗੀ ਨੂੰ ਖੰਡੇ ਵਾਟੇ ਦੀ ਪੌਲ ਅੰਮ੍ਰਿਤ ਦਾ ਬਾਟਾ ਤਿਆਰ ਕਰਕੇ ਅੰਮ੍ਰਿਤ ਛਕਾਇਆ। ਸਾਧ ਸੰਗਤ, ਇਹ ਮੈਂ ਤਾਂ ਬੇਨਤੀ ਕਿ ਕਰਮਾਂ ਕਰਕੇ ਨਹੀਂ ਮੁਕਤ ਹੋ ਸਕਦਾ। ਹੁਣ ਕਰਮਾਂ ਕਰਕੇ ਰਿਧੀਆਂ ਸਿੱਧੀਆਂ ਮਾਧੋ ਦਾਸ ਵੈਰਾਗੀ ਕੋਲ ਬਹੁਤ ਹੈ, ਉਹਦੇ ਗੁਰੂ ਕੋਲ ਬਹੁਤ ਹੈ, ਜਾਨਕੀ ਦਾਸ ਕੋਲ। ਕਰਮਾਂ ਕਰਕੇ ਤਾਂ ਸੈਂਕੜੇ ਚੇਲੇ ਨੇ ਜਾਨਕੀ ਦਾਸ ਦੇ, ਪਰ ਉਹ ਆਪ ਜੂਨਾਂ 'ਚ ਪੈ ਗਿਆ। ਇੱਦਾਂ ਦੀ ਇੱਕ ਸਾਖੀ ਕੀਰਤਪੁਰ ਸਾਹਿਬ ਵਰਤੀ, ਜਦੋਂ ਛੇਵੇਂ ਪਾਤਸ਼ਾਹ ਨੇ ਅਜਗਰ ਸੱਪ ਨੂੰ ਪੈਰ ਛੁਆ ਕੇ ਅੰਗੂਠਾ ਲਾ ਕੇ ਮੁਕਤ ਕੀਤਾ, ਉਹ ਜਦੋਂ ਸੱਪ ਪੁੱਠਾ ਹੋਇਆ, ਥੱਲੇ ਗਲਿਆ ਪਿਆ, ਕੀੜੀਆਂ ਪਈਆਂ ਹੋਈਆਂ ਸੀ, ਕੀੜੇ ਖਾ ਰਹੇ ਸੀ। ਸਿੱਖ ਕਹਿੰਦੇ ਮਹਾਰਾਜ ਇਹ ਕੌਣ ਹੈ? ਕਹਿੰਦੇ ਪਿਛਲੇ ਜਨਮ 'ਚ ਗੁਰੂ ਬਣ ਕੇ ਬੈਠਾ ਸੀ, ਚੇਲੇ ਵੀ ਡੋਬ ਲਏ, ਆਪ ਵੀ ਡੁੱਬ ਗਿਆ, ਮਾਇਆ ਧਾਰੀ ਰਿਹਾ, ਆਪ ਸੱਪ ਬਣ ਗਿਆ। ਕਹਿੰਦੇ ਚੇਲੇ ਹੁਣ ਵੱਢ ਵੱਢ ਕੇ ਖਾਂਦੇ ਕੀੜੇ ਬਣ ਕੇ ਨੂੰ, ਲਿਖਾ ਲੈਂਦੇ ਇਹਦੇ ਕੋਲੋਂ। ਇਸ ਲਈ ਸਾਧ ਸੰਗਤ ਪਾਤਸ਼ਾਹ ਨੇ ਇਹ ਬਚਨ ਕਹੇ, ਭਾਈ ਕਰਮ ਕਰ ਪਰ ਨਾਲ ਅਰਦਾਸ ਕਰੋ ਦੀ ਕਿਰਪਾ ਤੋਂ ਬਗੈਰ ਨਹੀਂ ਤੂੰ ਮੁਕਤ ਹੋਣਾ। ਪਹਿਲਾ ਸ਼ਬਦ ਹੈ, ਪੜੋ। ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮਿਲੋ ਰਾਮ। ਆਖੋ ਕਰ ਕਿਰਪਾ ਮਿਲੋ। ਅਰਦਾਸ ਕਰੀਏ, ਕਰ ਕਿਰਪਾ ਮਿਲੋ ਰਾਮ, ਕਰ ਕਿਰਪਾ ਮਿਲੋ, ਕਰ ਕਿਰਪਾ ਮਿਲੋ ਰਾਮ। ਕਿਉਂਕਿ ਕਿਰਤ ਕਰਮ ਕੇ ਵਿਛੜੇ। ਅੱਜ ਫਿਰ ਮਹਾਰਾਜ ਨੇ ਸ਼ਬਦ ਕਿਹਾ, ਕਤ ਕਰਮ ਕਮਾਵਣੇ, ਦੋਸ਼ ਨਾ ਕਾਹੂ ਜੋਗ। ਭਾਈ ਤੂੰ ਜੋ ਕਰਮ ਕੱਤ ਰਿਹਾ ਹੈ, ਕੱਤਕ ਦੇ ਮਹੀਨੇ ਦਾ ਉਪਦੇਸ਼ ਦਿੰਦੇ, ਕਹਿੰਦੇ ਕਿਸੇ ਦਾ ਕੋਈ ਦੋਸ਼ ਨਹੀਂ ਹੈ, ਤੇਰੇ ਕਰਮਾਂ ਦਾ ਹੀ ਦੋਸ਼ ਹੈ। ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ 'ਚ ਇੱਕ ਸ਼ਬਦ ਆਇਆ, ਕਹਿੰਦੇ ਕਰਮ ਬਖਸ਼ੇ ਜਾਂਦੇ ਆ। ਮਹਾਰਾਜ ਕਦੋਂ?
ਜਦੋਂ ਭਗਤੀ ਕਰਨ ਵਾਲੇ ਭਗਤ ਸਦਨੇ ਨੇ ਰੱਬ ਨਾਲ ਗੱਲ ਕਰਕੇ ਕਹੀ, ਰੱਬਾ ਮੈਂ ਤਾਂ ਛੋਟਾ ਜਿਹਾ ਕਸਾਈ ਆ, ਠੀਕ ਹੈ ਮੇਰੇ ਤੋਂ ਪਾਪ ਹੋਏ ਨੇ, ਜੇ ਤੇਰੇ ਨਾਮ ਤੇ ਵੱਡੇ ਵੱਡੇ ਪਾਪ ਕਰਨ ਵਾਲੇ ਬਖਸ਼ੇ ਜਾ ਸਕਦੇ, ਮੇਰੇ ਤਾਂ ਕਰਮ ਹੀ ਥੋੜੇ, ਮੇਰੇ ਕਿਉਂ ਨਹੀਂ ਬਖਸ਼ੇ ਜਾ ਸਕਦੇ। ਰੱਬ ਨਾਲ ਗੱਲ ਕਰਕੇ ਕਿਹਾ, ਜੇ ਗੁਰੂ ਧਾਰਨ ਕਰਨ ਤੋਂ ਬਾਅਦ ਵੀ ਕਰਮਾਂ ਦਾ ਲੇਖਾ ਦੇਣਾ, ਫਿਰ ਗੁਰੂ ਵਾਲੇ ਬਣਨ ਦਾ ਕੀ ਫਾਇਦਾ। ਜੇ ਸ਼ੇਰ ਦੀ ਸ਼ਰਨ ਵਿੱਚ ਗਿਆ ਗਿੱਦੜ ਖਾ ਜਾਏ, ਫਿਰ ਸ਼ੇਰ ਕੋਲ ਜਾਣ ਦਾ ਕੀ ਫਾਇਦਾ। ਜੇ ਗੁਰੂ ਵਾਲੇ ਬਣ ਕੇ ਵੀ ਲੇਖਾ ਦੇਣਾ, ਫਿਰ ਗੁਰੂ ਵਾਲੇ ਬਣਨ ਦਾ ਕੀ ਫਾਇਦਾ। ਰੱਬ ਨਾਲ ਸਿੱਧੀ ਗੱਲ ਕੀਤੀ। ਫਿਰ ਭਗਤ ਸਦਨਾ ਜੀ ਨੇ ਇੱਥੋਂ ਸ਼ਬਦ ਸ਼ੁਰੂ ਕੀਤਾ। ਇਹ ਮੈਂ ਕਈ ਵਾਰ ਕਥਾ ਲਾਈਵ ਤੋਂ ਕਹੀ ਹੈ, ਤੁਸੀਂ ਸੁਣਦੇ ਰਹਿੰਦੇ ਹੋ। ਇੱਕ ਰਾਜੇ ਦੇ ਕੱਲੀ ਕੱਲੀ ਲੜਕੀ, ਉਹਦੇ ਕੋਈ ਲੜਕਾ ਨਹੀਂ ਸੀ, ਰਾਜ ਭਾਗ ਦੀ ਹੱਕਦਾਰ ਉਹ ਲੜਕੀ ਸੀ। ਉਹ ਲੜਕੀ ਨੇ ਆਪਣੇ ਮਹਿਲਾਂ ਵਿੱਚ ਵਿਸ਼ਨੂੰ ਦੀ ਮੂਰਤੀ ਬਣਾਈ ਹੋਈ ਹੈ, ਭਗਵਾਨ ਵਿਸ਼ਨੂੰ ਦੀ ਆਰਾਧਨਾ ਕਰਦੀ ਹੈ। ਜਦੋਂ ਉਹਦਾ ਪਿਓ ਰਾਜਾ ਉਹਨੂੰ ਸ਼ਾਦੀ ਵਾਸਤੇ ਕਹਿੰਦਾ, ਇੱਕੋ ਹੀ ਜਵਾਬ ਦਿੰਦੀ ਹੈ, ਮੈਂ ਸ਼ਾਦੀ ਕਰਵਾਉਣੀ ਹੈ ਵਿਸ਼ਨੂੰ ਭਗਵਾਨ ਨਾਲ, ਮੈਂ ਕਿਸੇ ਨਾਲ ਸ਼ਾਦੀ ਨਹੀਂ ਕਰਵਾਉਣੀ। ਅੱਛਾ, ਹੁਣ ਵਿਸ਼ਨੂੰ ਭਗਵਾਨ ਆਵੇ ਤਾਂ ਸ਼ਾਦੀ ਕਰੇ। ਜਦੋਂ ਇਹ ਗੱਲ ਪ੍ਰਚਲਿਤ ਹੋ ਗਈ, ਕਹਿੰਦੇ ਕਿਸੇ ਲਾਲਚੀ ਬੰਦੇ ਨੇ, ਨੌਜਵਾਨ ਲਾਲਚੀ ਹੋ ਗਿਆ, ਉਹਦੇ ਅੰਦਰ ਲਾਲਚ ਤੇ ਕਾਮ ਵਿਕਾਰ ਪੈਦਾ ਹੋਇਆ। ਉਹਨੇ ਦੇਵਤਿਆਂ ਵਾਲੀ ਡਰੈਸ ਖਰੀਦ ਲਈ, ਦੇਵਤਿਆਂ ਵਾਂਗ ਡਰੈਸ ਪਾ ਕੇ ਚੱਕਰ ਚੁੱਕ ਲਈ, ਤਾਂ ਉਂਗਲੀ ਤੇ ਸ਼ਸਤਰ ਪਾ ਲਏ, ਮਹਿਲਾਂ ਵਿੱਚ ਆ ਕੇ ਕਹਿੰਦਾ ਮੈਂ ਵਿਸ਼ਨੂੰ ਭਗਵਾਨ। ਸਾਰੇ ਉਹਨੂੰ ਮੱਥਾ ਟੇਕਣ ਲੱਗ ਪਏ, ਭੇਖ ਧਾਰਨ ਹੋ ਜਾਂਦਾ। ਆ ਹੁਣ ਰਾਮਲੀਲਾ ਚੱਲਦੀ ਹੈ, ਤੁਸੀਂ ਵੇਖੋਗੇ ਕੋਈ ਹਨੂਮਾਨ ਬਣਿਆ ਹੋਇਆ, ਕੋਈ ਰਾਮਚੰਦਰ ਬਣਿਆ ਹੋਇਆ, ਭੇਖ ਹੀ ਧਾਰਦੇ ਨੇ ਲੋਕ। ਭੇਖ ਧਾਰਨ ਕਰਕੇ ਉਹ ਵਿਸ਼ਨੂੰ ਭਗਵਾਨ ਬਣ ਕੇ ਆ ਗਿਆ। ਸਭ ਨੇ ਮੱਥਾ ਟੇਕਿਆ। ਰਾਜੇ ਦੀ ਲੜਕੀ ਨੇ ਵਿਸ਼ਵਾਸ ਕਰ ਲਿਆ, ਰਾਜੇ ਨੇ ਉਹਦੇ ਨਾਲ ਸ਼ਾਦੀ ਕਰਾਤੀ। ਹੁਣ ਉਹ ਮਹਿਲਾਂ ਵਿੱਚ ਰਹਿੰਦਾ, ਉਹੋ ਜਿਹੀਆਂ ਡਰੈਸਾਂ ਉਹਨੇ ਹੋਰ ਕਈ ਬਣਵਾ ਲਈਆਂ, ਉਹੋ ਜਿਹੇ ਕੱਪੜੇ ਉਹਨੂੰ ਹੋਰ ਬਣਾ ਦਿੱਤੇ। ਹਰ ਰੋਜ਼ ਵਿਸ਼ਨੂੰ ਵਾਲੇ ਕੱਪੜੇ ਪਾ ਕੇ ਘੁੰਮਦਾ, ਆਪਣੇ ਆਪ ਨੂੰ ਦੇਵਤਾ ਦੱਸਦਾ। ਉਹ ਰਾਜ ਕਰਕੇ ਵਿਕਾਰੀ ਹੋ ਗਿਆ, ਲਾਲਚੀ ਹੋ ਗਿਆ, ਸਵਾਰਥੀ ਹੋ ਗਿਆ। ਪਰ ਇੱਕ ਦਿਨ ਫਿਰ ਇਹ ਘਟਨਾ ਘਟੀ। ਇੱਕ ਦਿਨ ਉਹ ਰਾਜੇ ਦੀ ਨਾਲ ਦੀ ਰਿਆਸਤ ਦੇ ਰਾਜੇ ਨੇ ਹਮਲਾ ਕਰ ਦਿੱਤਾ ਰਾਜੇ ਉੱਤੇ। ਜਦੋਂ ਹਮਲਾ ਕੀਤਾ ਨਾ, ਕਹਿੰਦੇ ਰਾਜੇ ਨੂੰ ਖਬਰ ਮਿਲੀ, ਉਹਦੇ ਸਿਪਾਹੀ ਬੋਲੇ ਆਪਣੇ ਉੱਤੇ ਹਮਲਾ ਹੋ ਗਿਆ ਜੀ। ਨਾਲ ਦੀ ਰਿਆਸਤ ਦੇ ਰਾਜੇ ਨੇ ਹੱਲਾ ਬੋਲ ਦਿੱਤਾ, ਦੱਸੋ ਬਾਦਸ਼ਾਹ ਸਲਾਮਤ, ਆਪਾਂ ਫੌਜਾਂ ਤਿਆਰ ਕਰੀਏ। ਤੇ ਰਾਜੇ ਨੇ ਕਿਹਾ ਆਪਾਂ ਨੂੰ ਫੌਜਾਂ ਦੀ ਕੀ ਲੋੜ ਹੈ ਬਈ, ਆਪਣਾ ਤਾਂ ਦਮਾਦ ਜਿਹੜਾ ਉਹ ਵਿਸ਼ਨੂੰ ਭਗਵਾਨ ਹੈ, ਸਾਨੂੰ ਫੌਜਾਂ ਦੀ ਕੀ ਲੋੜ ਹੈ। ਉਹਨੇ ਤਾਂ ਹੁਣੇ ਰੱਖਿਆ ਕਰ ਦੇਣੀ। ਆਪਣੇ ਦਮਾਦ ਨੂੰ ਜਾ ਕੇ ਹੱਥ ਜੋੜ ਕੇ ਕਹਿਣਾ ਵਿਸ਼ਨੂੰ ਭਗਵਾਨ ਰੱਖਿਆ ਕਰੋ। ਨਾਲ ਦੇ ਰਾਜੇ ਨੇ ਹੱਲਾ ਬੋਲਤਾ, ਤੁਹਾਡੇ ਹੁੰਦਿਆਂ ਮੈਨੂੰ ਫੌਜਾਂ ਲਾਉਣ ਦੀ ਕੀ ਲੋੜ ਹੈ। ਹੁਣ ਫਸ ਗਿਆ, ਕਿਉਂ, ਉਹ ਤਾਂ ਭਗਵਾਨ ਹੈ ਹੀ ਨਹੀਂ, ਉਹ ਤਾਂ ਦੇਵਤਾ ਵੀ ਨਹੀਂ ਹੈ। ਹੁਣ ਉਹ ਰਾਜੇ ਨੇ ਫੌਜ ਹਟਾ ਲਈ ਹੈ, ਆਪਣੇ ਦਮਾਦ ਨੂੰ ਕਹਿੰਦਾ ਜੀ ਫਿਰ ਰੱਖਿਆ ਕਰੋ। ਉਹਦੇ ਮਨ 'ਚ ਆਇਆ ਵੀ ਹੁਣ ਪਕੜਿਆ ਗਿਆ। ਉਹਨੇ ਆਪਣੇ ਕਮਰੇ ਵਿੱਚ ਆਪਣੇ ਆਪ ਨੂੰ ਅੰਦਰੋਂ ਬੰਦ ਕਰ ਲਿਆ। ਅੰਦਰ ਬਹਿ ਕੇ ਰੋ ਰੋ ਕੇ ਰੱਬ ਨੂੰ ਤਾਹਾਂ ਮਾਰ ਕੇ ਕਹਿੰਦਾ, ਮੇਰੀ ਤਾਂ ਚੋਰੀ ਪਕੜੀ ਜਾਣੀ ਹੈ। ਮੈਂ ਕਮਾਰਥੀ ਕੰਮੀ ਬੰਦਾ ਸੀ, ਮੈਂ ਸਵਾਰਥੀ ਸੀ, ਲਾਲਚ ਕੀਤਾ ਰਾਜ ਦਾ, ਪਰ ਰੱਬਾ ਮੈਂ ਤਾਂ ਪਕੜਿਆ ਜਾਣਾ। ਪਰ ਮੇਰੇ ਪਕੜਨ ਤੋਂ ਬਾਅਦ ਕਿਸੇ ਨੇ ਸੱਚਮੁੱਚ ਵੀ ਤੇਰੇ ਉੱਤੇ ਵਿਸ਼ਵਾਸ ਨਹੀਂ ਕਰਨਾ। ਜੇ ਤੂੰ ਸੱਚੀ ਵੀ ਧਰਤੀ ਤੇ ਆ ਗਿਆ ਤਾਂ ਵੀ ਲੋਕਾਂ ਨੇ ਕਹਿਣਾ ਨਕਲੀ ਹੈ। ਮੈਂ ਤੇਰਾ ਭੇਖ ਧਾਰਨ ਕੀਤਾ, ਜੇ ਸੱਚਮੁੱਚ ਵੀ ਤੂੰ ਆ ਗਿਆ ਮੇਰੇ ਕਰਕੇ ਉਹ ਲੋਕਾਂ ਦੀ ਆਸਥਾ ਟੁੱਟ ਜਾਣੀ ਹੈ। ਰੱਬਾ ਮੇਰੀ ਲਾਜ ਰੱਖ, ਮੇਰੇ ਤੋਂ ਗਲਤੀ ਹੋ ਗਈ, ਮੇਰੇ ਤੋਂ ਕੁਕਰਮ ਹੋ ਗਏ। ਉਹ ਰੱਬ ਅੱਗੇ ਫਰਿਆਦਾਂ ਕਰਕੇ ਕਮਰੇ ਵਿੱਚ ਰੋਂਦਾ। ਅੱਛਾ, ਇਹ ਹਕੀਕਤ ਹੈ। ਇੱਕ ਬੰਦਾ ਦੰਭੀ ਪਖੰਡੀ ਨਿਕਲ ਜਾਏ, ਚੰਗਿਆਂ ਤੋਂ ਵੀ ਵਿਸ਼ਵਾਸ ਉੱਠ ਜਾਂਦਾ। ਤੁਸੀਂ ਚੰਗੇ ਉੱਤੇ ਵੀ ਵਿਸ਼ਵਾਸ ਨਹੀਂ ਕਰੋਗੇ ਛੇਤੀ। ਕਿਉਂ? ਸਿਆਣਿਆਂ ਦਾ ਆਪਣਾ ਪਿੰਡਾਂ ਦਾ ਇੱਕ ਕਥਨ ਹੈ ਵੀ ਜਿਹੜਾ ਦੁੱਧ ਦਾ ਸੜਿਆ ਹੋਵੇ ਨਾ, ਉਹ ਲੱਸੀ ਨੂੰ ਵੀ ਫੂਕਾਂ ਮਾਰਨ ਲੱਗ ਪੈਂਦਾ ਵੀ ਕਿਤੇ ਵੀ ਸਾੜ ਹੀ ਨਾ ਦੇਵੇ। ਇੱਦਾਂ ਸਾਧ ਸੰਗਤ, ਜਿਹੜੇ ਬੰਦੇ ਦੇ ਮਨ ਅੰਦਰ ਸ਼ੰਕਾ ਪੈਦਾ ਹੋ ਜਾਏ, ਉਹ ਚੰਗਿਆਂ ਤੇ ਵੀ ਵਿਸ਼ਵਾਸ ਨਹੀਂ ਕਰ। ਅੱਜ ਉਹ ਦੇਵਤਾ ਬਣਿਆ ਹੋਇਆ ਨਕਲੀ ਜਿਹੜਾ ਰੱਬ ਨੂੰ ਫਰਿਆਦਾਂ ਕਰਦਾ, ਮੈਨੂੰ ਮਾਫ ਕਰ, ਮੇਰੀ ਲਾਜ ਰੱਖ। ਸੱਚੀ ਜੇ ਤੂੰ ਕਿਤੇ ਸੱਚਮੁੱਚ ਆ ਗਿਆ ਤਾਂ ਵੀ ਤੇ ਲੋਕਾਂ ਨੇ ਵਿਸ਼ਵਾਸ ਨਹੀਂ।
मैं गलत किया। कहते रब नूं लाज रखनी पई। जदों नाल दी रियासत दी फौज उहदी जूह विच बड़ी, फौजां नीआं हो गई। पिछे जाण तां दिसन लग जाए, अगे आउण तां नीआं हो जाण। डर गए वो फौजां, डर के वापस हो गईयां। राजे की रियासत हल्ला ना बोलिया, जय जयकार होण लगी। राजे ने अपने दमाद नकली बने हुए विष्णु भगवान ते कहा फुल्लां की बरखा करो, अपना राज बच गया। जदों उन्होंने बाहर कढ़ के कहा फुल्लां की बरखा करो, उन्हें हज़ारां लोकां विच हथ खड़े करके कहा मैं रब नहीं, मैं कोई भगवान नहीं, कोई विष्णु नहीं, मैं काम बंदा, मेरे तो पाप होया, ये तो मेरे भगवान ने लाज रखी है मेरी, मैं नहीं कुछ भी फौजां नूं कीता, ये तो भगवान ने लाज रखी है मेरी। मैं एक कमी बंदा, स्वार्थी बंदा, राज का लालच करके वो मेरी तो रब ने लाज रखी, मैं कोई भगवान नहीं। फिर भगत सदना जी ने उसकी उदाहरण दी, कहते एडे वड्डे दी तू लाज रख सकदा, जिहड़ा स्वार्थी होवे, कुमार्थी होवे, मेरी क्यों नहीं रख सकदा। जे शेर की शरण में गया गिद्दड़ खा जाण, फिर शेर कोल जाण दा की फायदा। जे रब्बा तेरी शरण में पै के लिखा देना पै जाए, फिर गुरु धारण करना की फायदा। उत्थे भगत सदना जी ने कहा कर्म बख्शे जा सकते हैं, पर तू कीते कर्मां लई माफ़ी मंग, पछतावा कर, होर तेरे कोल कोई रास्ता नहीं। वो शब्द महाराज की बाणी में आया, शब्द इत्थों शुरू हुंदा है, कामार्थी स्वार्थी। यदी पहली पंक्ति है, नरिप कन्या के कारणे, नरिप दा अर्थ राजा, कन्या दा अर्थ राजे की लड़की। कहते नरिप कन्या के कारणे कपया पेख तारी, कमारथी स्वार्थी बाकी पैज सवारी। फिर रब नूं लंबा दे के क्या, तब गुण कहाँ जगत गुरा, जो कर्म न नासै, सिंह शरण कत जाइए, जो जंबक ग्रस। कर्म न नासै, किरत कर्म के विछड़े, कत कर्म कमावने, दोष न काहू जोग। फिर वो किते हुए कर्म किमें खत्म होण, कहते अरदास करो दे चरना। ये कह रब नूं कि मैं नहीं किश हो नहीं, कश आहे न मोरा, औसर लजा राख ले हो, सदना जन तोरा। हे वाहिगुरु लाज रख लो। इसलिए आपां अरदास करनी, कदे मान नहीं करना मैं दानी हाँ, मैं ज्ञानी हाँ, मैं इन्ना पाठ करने वाला, मैं इन्ना करने वाला। कोई नहीं बख्शिया जाना जब तक कृपा नहीं होंदी। अरदास करनी महाराज चरना। एक बार सारे प्यार नाल कहो, कर कृपा मिलो राम, कर कृपा मिलो राम, कर कृपा मिलो राम, कर कृपा मिलो राम, कर कृपा। किरत कर्म के विछड़े, किरत कर्म के विछड़े, किरत कर्म के, किरत कर्म के, कर कृपा मिलो राम, कर कृपा मिलो राम, कर कृपा मिलो, कर कृपा मिलो। किरत कर्म के विछड़े, किरत कर्म के विछड़े, किरत कर्म के, कर कृपा मिलो राम, कर कृपा मिलो राम, कर कृपा मिलो, कर। आखो सतनाम श्री, फिर आखो जी सतनाम श्री।
फिर पातशाह ने बचन कहे, कहंदे खिन में कौड़े होए गए, जितड़े माया भोग विच ना कोई कर सके, किस थे रोवे रोज। महाराज जे कोई विचोला नहीं बन सकता फिर राह दसो सानू, साडे कर्म किवें बख्शे जाण। अगली पंक्ति कही, वड भागी मेरा प्रभ मिले, जिहदे वड्डे भाग होण, जिहदे भाग वड्डे बन जाण। इत्थे संगत विच बह के वड्डे भाग बनने। हुण सुणिओ, वड भागी मेरा प्रभ मिले, तां उतरे सब वियोग, कतक होवे साध संग। साध संगत नूं वडियाई दे, कतक होवे साध संग, बिन से सभे सोच। सारियां चिंतावां झोरे खत्म हो जाणगे। संगत विच बह के नाम जप, तेरे भाग वड्डे बन। संगत विच बह के पाप बख्शे जांदे। कोट अपराध साध संग मिटै, संत कृपा ते जम ते छुटै, जाकै मस्तक करम प्रभ पाए, साध शरण नानक ते आए, कतक होवे साध संग, बिन से सभे सोच। साध संगत, संगत विच क्यों लाभ ज़्यादा जी? कई बार मैं कई गुरमुखां नाल विचार, वो कहते भाई साहब जी सुरत तां कल्लियां बह के ज़्यादा जुड़दी है, संगत विच तां कई बार ध्यान रहिंदा भी कौन आया कौन गया कौन आया। कहते जी संगत दा लाभ इन्ना क्यों? पता क्यों? एक बार आखियो सारे सतनाम श्री। अच्छा, एक बार आपां वाहेगुरु कहा, सैकड़े आवाज़ां तुहाडे कन्नां विच वाहेगुरु दीयां पईयां ने। आया संगत विच लाभ, 100 वार तुहाडा नाम एक बार कहण च जमा हो गया। वाहेगुरु कहा एक बार, सुआस दे नाल 100 वार इकट्ठा वाहेगुरु जपिया गया। संगत विच आ लाभ है, जिहदा नहीं भी जमा हुंदा भाई संगत विच बैठिया नाम उहदा भी जमा हो जांदा है। फिर आखो सतनाम श्री। क्योंकि ये तुहाडा तजर्बा रहना है। कल्ला बंदा कामयाब नहीं हुंदा, 4 बंदे बिजनेस करन लग जाण करोड़ां च लै जांदे ने। अज जिन्ने तुसीं वड्डे वड्डे अरबांपति बिजनेसमैन वेखदे हो, वड्डियां वड्डियां बिल्डिंगां बने नी, वड्डे वड्डे प्लाजे बने हुए ने, तुहाडी की सलाह वे एक बंदे दा कारोबार है? नहीं, 5-5 6-6 10-10 बंदे उहदे विच बिजनेसमैन है, जिन्हीं 10-10 20-20 करोड़ रुपया विच लाया होया। हुण कल्ला बंदा अरब रुपया नहीं ला सकदा, 5 बंदियां ने 20-20 करोड़ लाया तो नहीं बहुत वड्डा प्लाजा बिल्डिंग खड़ी कर दित्ती, बड़े वड्डे वड्डे उन्हें मॉल बना दिते। हुण अरब रुपया कल्ले बंदे दा नहीं है, 5 बंदियां दा 20-20 करोड़ है। तो जदों प्लाजे मॉल बन जांदे ने, उन्हां नूं फिर करोड़ां दे विच करोड़ां च इनकम हुंदी। जे वारी तौर ते पैसा धन बिजनेस इकट्ठे लोग करते हैं वध है, इदां संगत विच बह के जपिया नाम भी वध है। कल्ले जने का इन्ना नाम नहीं जुड़ता जिन्ना संगत का जुड़ता। इसलिए महाराज ने कहा, कतक होवे साध संग, बिन से सभे सोच। तेरे कर्म तां नाश होणगे, तेरियां चिंतावां झोरे मुक जाणगे। कतक दा महीना है, साध संगत विच बह के जप सतनाम श्री वाहिगुरु। हुण अगली गल, संगत विच बह के तर्क ना होवे। समा मेरा समाप्त हो गया, 2-4 मिनटां विच मैं कथा नेड़े करनी। संगत विच बह के करना की है? संगत विच बह के ख्याल रखना, एक तो साडे कोलों निंदिया ना हो जाए। कई बार लोग आउंदे गुरुद्वारे निंदिया कर जाते, लंगर नहीं चंगा, फलाना नहीं चंगा, और चौधरी है फलाना चौधरी, बस आ गल्लां कर करके वो निंदिया कर गए, लेके नहीं कुछ गए। किसी दूजे की चुगली कर गए, गुरुद्वारे बह के निंदिया कर गए। उन्होंने पातशाह ने कहा, आए तो असी पाप लाउण, चढ़ा के डबल लै गए, दुगने चढ़ा के लै गए। इनू पातशाह की बाणी कहेगी, नहावन चले तीर्थी, संगत तीर्थ है, नहावन चले तीर्थी, मन खोटे तन चोर, एक पा लत्थी नाते दोए पा चढ़िए सहोर। एक लैना सी, 2 होर चढ़ा के लै गए निंदिया कर।
ਸੰਗਤ ਵਿੱਚ ਕੀ ਕਰਨਾ? ਮਿਲ ਸਾਧ ਸੰਗਤ ਭਜ ਕੇਵਲ ਨਾਮ। ਸੰਗਤ ਵਿੱਚ ਬਹਿ ਕੇ ਕੇਵਲ ਨਾਮ ਜਪ, ਔਰ ਜੋ ਤੂੰ ਸੁਣ ਰਿਹਾ ਉਹਨੂੰ ਸਤ ਕਰਕੇ ਮੰਨ। ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ ਹਰ ਹਰ ਉੱਤਮ ਬਾਣੀ। ਗਾਵਿਆ ਸੁਣਿਆ ਤਿਨ ਕਾ ਹਰ ਥਾਂ ਪਾਵੇ। ਉਹਦਾ ਸੁਣਿਆ ਤੇ ਗਾਵਿਆ ਤਾਂ ਥਾਂ ਪੈਣਾ। ਕਦੋਂ? ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾ। ਇੱਕ ਰਾਜਾ ਹੋਇਆ ਜਨਮੇਜਾ, ਉਹਦੀ ਕਥਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਪਾਤਸ਼ਾਹ ਨੇ ਇਸ਼ਾਰੇ ਮਾਤਰ ਕਹੀ ਹੈ। ਮੈਂ ਸਵੇਰੇ ਵੀ ਆਪਣੇ ਨਗਰ ਸੁਣਾਈ ਜਦੋਂ ਅੰਮ੍ਰਿਤ ਵੇਲੇ ਆਇਆ। ਉਹ ਰਾਜੇ ਨੇ ਜੋਤਸ਼ੀ ਸੱਦਿਆ, ਬਹੁਤ ਵਿਰਧ ਜੋਤਸ਼ੀ ਸੀ। ਕਹਿੰਦਾ ਵੀ ਦੱਸ ਮੇਰੇ ਕਰਮਾਂ ਬਾਰੇ ਦੱਸ ਕੁਝ। ਉਹਨੇ ਕਿਹਾ ਰਾਜਨ, ਕਰਮਾਂ ਬਾਰੇ ਦੱਸਣ ਨਾਲ ਕਰਮ ਬਦਲਦੇ ਨਹੀਂ ਹੈ। ਸੰਗਤ ਵਿੱਚ ਬਹਿ ਕੇ ਕਰਮ ਬਦਲਦੇ ਨੇ, ਕਰਮ ਦੱਸਣ ਨਾਲ ਥੋੜ੍ਹੀ ਬਦਲਦੇ ਆ। ਕਰਮ ਜਿਹੜੇ ਨੇ ਰੱਬ ਵੱਲੋਂ ਲਿਖੇ ਜਾਂਦੇ, ਉਹ ਕਰਮ ਤਬਦੀਲ ਕਰਨੇ ਬੰਦੇ ਦੇ ਵੱਸ ਨਹੀਂ ਹੈ। ਸੰਗਤ ਵਿੱਚ ਬਹਿ ਕੇ ਅਰਦਾਸ ਕਰੇ ਬਦਲ ਜਾਂਦੇ ਨੇ। ਉਹ ਕਹਿੰਦੇ ਨੇ ਮੇਰੇ ਕਰਮ ਦੱਸ। ਕਹਿੰਦਾ ਤੇਰੇ ਕਰਮ ਇੱਦਾਂ ਆ ਵੀ ਤੂੰ ਜੱਗ ਕਰਨਾ, ਆਪਣੇ ਵੱਲੋਂ ਤਾਂ ਤੂੰ ਕਰਨਾ ਭਲਾ ਕਰਮ, ਵੀ ਮੈਂ ਜੱਗ ਲਾਇਆ ਜੀ, ਲੋਕੀ ਸੱਦੇ ਨੇ, ਸੈਂਕੜੇ ਲੋਕ ਆਉਣਗੇ। ਕਹਿੰਦੇ ਤੂੰ ਜੱਗ ਕਰਨਾ ਖੁਸ਼ੀ ਵਿੱਚ ਆ ਕੇ, ਔਰ ਤੇਰੇ ਮਨ 'ਚ ਹੋਣਾ ਮੈਂ ਸਭ ਤੋਂ ਵੱਡਾ ਜੱਗ ਕਰਨਾ, ਵੀ ਜੱਗ ਕਰਕੇ ਮੈਂ ਮੁਕਤ ਹੋ ਜਾਣਾ। ਪਰ ਕਹਿੰਦੇ ਤੇਰੇ ਕੋਲੋਂ ਪਾਪ ਹੋ ਜਾਣਾ। ਉਹ ਕਹਿੰਦਾ ਉਹ ਕਿਵੇਂ? ਤਾਂ ਉਹ ਜੋਤਸ਼ੀ ਬੋਲਿਆ, ਕਹਿੰਦਾ ਜਦੋਂ ਜੱਗ ਕਰਨੇ ਨਾ, ਜੱਗ ਵਿੱਚ ਰੋਟੀ ਖਾਣ ਆਏ ਇੱਕ ਬ੍ਰਾਹਮਣ ਨੇ ਹੱਸ ਪੈਣੇ, ਤੈਨੂੰ ਇੰਨਾ ਕ੍ਰੋਧ ਆਉਣਾ, ਤੂੰ ਬ੍ਰਾਹਮਣਾਂ ਦਾ ਕਤਲ ਕਰਵਾ ਦੇਣਾ, ਤੇਰੇ ਸਿਰ ਪਾਪ ਚੜ ਜਾਣਾ, ਉਹ ਪਾਪ ਕਰਕੇ ਤੈਨੂੰ ਕੋੜ ਫੁੱਟ ਜਾਣਾ। ਆਪਣੇ ਕ੍ਰੋਧ ਉੱਤੇ ਕਾਬੂ ਰੱਖੀ, ਜਾਂ ਫਿਰ ਜੱਗ ਨਾ ਕਰੀ। ਜੇ ਜੱਗ ਕੀਤਾ ਆਪਣੇ ਕ੍ਰੋਧ ਉੱਤੇ ਕਾਬੂ ਰੱਖੀ। ਕਹਿੰਦਾ ਲੈ ਮੈਂ ਗੁੱਸਾ ਕਰਨਾ ਹੀ ਨਹੀਂ, ਮੈਨੂੰ ਪਤਾ ਲੱਗ ਗਿਆ ਮੈਂ ਕ੍ਰੋਧ ਕਰਨਾ ਹੀ ਨਹੀਂ ਹੈ। ਰਾਜੇ ਜਨਮੇਜੇ ਨੇ ਕਿਹਾ ਪਹਿਲੀ ਗੱਲ ਤਾਂ ਮੈਂ ਜੱਗ ਨਹੀਂ ਕਰਾਂਗਾ, ਚਲੋ ਜੇ ਕਰ ਵੀ ਲਿਆ ਚੰਗੀ ਗੱਲ ਹੈ, ਪਰ ਮੈਂ ਕ੍ਰੋਧ ਨਹੀਂ ਕਰਾਂਗਾ। ਹੁਣ ਦੇਖੋ ਕਰਮ ਬੰਦੇ ਨੂੰ ਕਿਵੇਂ ਸਿੱਟਦੇ। ਕਈ ਸਾਲ ਲੰਘ ਗਏ, ਉਹਦੇ ਘਰ ਵਿੱਚ ਖੁਸ਼ੀ ਹੋਈ। ਜਦੋਂ ਖੁਸ਼ੀਆਂ ਹੋਈਆਂ ਤਾਂ ਉਹ ਸਾਖੀ ਤਾਂ ਪੁਰਾਣਾਂ ਵਿੱਚ ਲੰਬੀ ਲਿਖੀ ਹੋਈ ਹੈ। ਜਦੋਂ ਉਹਨੇ ਯੱਗ ਕੀਤਾ ਨਾ, ਸੈਂਕੜੇ ਹਜ਼ਾਰਾਂ ਲੋਕ ਸੱਦੇ, ਦੂਰ ਦੂਰ ਤੱਕ ਰੌਲਾ ਪਿਆ, ਬੜਾ ਵੱਡਾ ਜੱਗ ਹੋ ਰਿਹਾ, ਬੜਾ ਵੱਡਾ ਯੱਗ ਕਰ ਰਿਹਾ, ਅਸਮੇਧ ਯੱਗ ਹੈ। ਪੰਡਤ ਪਹੁੰਚ ਗਏ, ਬਿਠਾ ਲਏ। ਰਾਜਾ ਤੇ ਰਾਜੇ ਦੀਆਂ ਰਾਣੀਆਂ ਭੋਜਨ ਵਰਤਾਉਣ ਲੱਗ ਪਈਆਂ। ਜਦੋਂ ਰਾਜਾ ਤੇ ਰਾਜੇ ਦੀਆਂ ਰਾਣੀਆਂ ਭੋਜਨ ਵਰਤਾਉਣ ਲੱਗ ਪਈਆਂ, ਸੱਚਮੁੱਚ ਇੱਕ ਬ੍ਰਾਹਮਣ ਹੱਸ ਪਿਆ। ਰਾਜੇ ਦੇ ਮਨ 'ਚ ਇੰਨਾ ਗੁੱਸਾ ਆਇਆ ਵੀ ਮੇਰੀ ਰਾਣੀ ਵੱਲ ਵੇਖ ਕੇ ਹੱਸਿਆ। ਇੰਨਾ ਕ੍ਰੋਧਿਤ ਹੋਇਆ, ਉਹਨੇ ਗੁੱਸੇ ਵਿੱਚ ਹੁਕਮ ਦਿੱਤਾ ਬ੍ਰਾਹਮਣਾਂ ਦਾ ਕਤਲ ਕਰ ਦਿਓ। ਭੋਜਨ ਛਕਦੇ ਸਾਰੇ ਬ੍ਰਾਹਮਣ ਕਤਲ ਕਰਾਤੇ। ਉਹ ਤੋਂ ਬਾਅਦ ਉਹਦੇ ਸਿਰ ਪਾਪ ਚੜਿਆ, ਥੋੜੇ ਸਾਲੀ ਉਹਦੇ ਕੋੜ ਫੁੱਟ ਗਿਆ। ਜਦੋਂ ਸੱਚੀ ਕੋੜ ਫੁੱਟਿਆ, ਬੰਦੇ ਨੂੰ ਦੁੱਖ ਜਦੋਂ ਆਉਂਦਾ ਨਾ, ਉਦੋਂ ਉਹਨੂੰ ਰੱਬ ਚੇਤੇ ਆਉਂਦਾ। ਦੁੱਖ ਦਾਰੂ ਸੁੱਖ ਰੋਗ ਪਿਆ। ਇਹ ਸੱਚਮੁੱਚ ਯਾਦ ਰੱਖਿਓ, ਦੁੱਖ ਵਿੱਚ ਅੰਦਰੋਂ ਰੱਬ ਚੇਤੇ ਆਉਂਦਾ। ਸੁੱਖ 'ਚ ਲੋਕ ਬਾਹਰੋਂ ਕਰਦੇ ਨੇ, ਤੁਸੀਂ ਵੀ ਕਰਦੇ ਹੋ, ਮੈਂ ਵੀ ਕਰਨਾ, ਪਰ ਸੱਜਣੋਂ ਜਦ ਦੁੱਖ ਆਉਂਦਾ ਫਿਰ ਅੰਦਰੋਂ ਚੇਤੇ ਕਰਦਾ। ਦੁੱਖ ਦਾਰੂ ਸੁੱਖ ਰੋਗ ਪਿਆ, ਜਾ ਸੁਖ ਧਾਮ ਨਾ ਹੋਈ। ਉਹ ਜਦੋਂ ਰਾਜੇ ਨੂੰ ਕੋੜ ਫੁੱਟਿਆ, ਹੁਣ ਰੱਬ ਅੰਦਰੋਂ ਚੇਤੇ ਆਉਂਦਾ। ਉਹਨੇ ਫਿਰ ਕਿਹਾ ਉਹ ਜੋਤਸ਼ੀ ਲੱਭੋ ਵੇ, ਉਹ ਸਾਧੂ ਲੱਭੋ। ਜਦੋਂ ਉਹ ਸਾਧਨਾ ਕਰਨ ਵਾਲਾ ਸਾਧੂ ਲੱਭਿਆ, ਉਹਨੂੰ ਬਜ਼ੁਰਗ ਨੂੰ ਲੱਭ ਕੇ ਕਿਤੇੋਂ ਲਿਆਏ। ਕਹਿੰਦੇ ਰਾਜੇ ਨੂੰ ਕੋਈ ਰਾਹ ਦੱਸ, ਰਾਜਾ ਕੋੜੀ ਹੋ ਗਿਆ। ਰਾਜੇ ਦੇ ਕੋੜ ਫੁੱਟ ਗਏ। ਉਹਨੇ ਆਉਂਦਿਆਂ ਸਾਰ ਕਿਹਾ, ਰਾਜਨ ਦੱਸ ਬਈ ਤੇਰੇ ਕਰਮਾਂ ਤੇ ਤੇਰਾ ਜ਼ੋਰ ਹੈ? ਹੱਥ ਜੋੜ ਕੇ ਰੋ ਪਿਆ, ਕਹਿੰਦਾ ਨਹੀਂ ਜ਼ੋਰ ਨਹੀਂ। ਤੁਸੀਂ ਕਿਹਾ ਸੀ ਪਰ ਮੇਰੇ ਤੋਂ ਫਿਰ ਹੋ ਗਿਆ। ਤੁਸੀਂ ਕਿਹਾ ਸੀ ਮੇਰੇ ਤੋਂ ਫਿਰ ਪਾਪ ਹੋ ਗਿਆ, ਫਿਰ ਕਰਮ ਹੋ ਗਏ, ਪਰ ਹੁਣ ਮੈਨੂੰ ਰਾਹ ਦੱਸੋ। ਤੁਸੀਂ ਸਾਧੂ ਹੋ, ਮੈਨੂੰ ਦੱਸੋ ਮੇਰੇ ਕਰਮ ਕਿਵੇਂ ਕੱਟੇ ਜਾਣ। ਤੇ ਉਹ ਸਾਧੂ ਨੇ ਫਿਰ ਰਾਹ ਪਤਾ ਕੀ ਦੱਸਿਆ। ਕਹਿੰਦੇ ਰਾਜਨ ਸਾਧ ਸੰਗ ਕਰ, ਕਤਕ ਹੋਵੇ ਸਾਧ ਸੰਗ, ਬਿਨ ਸੇ ਸਭੇ ਸੋਚ। ਕਹਿੰਦੇ ਆਪਣੇ ਮਹਿਲਾਂ ਵਿੱਚ ਸਾਧ ਸੰਗ ਕਰ, ਸੰਗਤ ਇਕੱਠੀ ਕਰ, ਆਪਣੇ ਮਹਿਲਾਂ ਵਿੱਚ ਕਥਾ ਸੁਣ ਬਹਿ ਕੇ, ਰੱਬ ਦੀ ਕਥਾ ਸੁਣੀ, ਸਾਧ ਸੰਗ ਵਿੱਚ ਬੈਠੀ। ਪਰ ਇੱਕ ਗੱਲ ਦਾ ਖਿਆਲ ਰੱਖੀ, ਤਰਕ ਨਾ ਕਰੀ। ਸਾਧ ਸੰਗਤ ਵਿੱਚ ਤਰਕ ਨਾ ਕਰੀ। ਜੋ ਤੈਨੂੰ ਸੁਣਾਇਆ ਜਾ ਰਿਹਾ ਸਤ ਕਰਕੇ ਮੰਨ, ਭਾਵਨਾ ਨਾਲ ਸੁਣੀ।
क्योंकि संगत तो उही है जिहड़ी भावना नाल कीती जाए। गुरुद्वारे लाए भावनी, एक ना 10वां द्वार दिखाया, गुरुद्वारे भावना नाल आउणा। राजे ने कहा ठीक है, उन्हें अपने महलों में महाभारत की कथा शुरू कराई, संगत सद लई, लोग बह के सुनन लग पे, राजा भी रोज़ सुनदा। 17 दिन महाभारत की कथा चलती रही, उहदे शरीर का दुख रोग कोड़ हटदा गया, ठीक हुंदा गया। पर जदों 18वें दिन कथा आई ना, सुनाउण वाले ने, कथा पंडित ने सुनाई भी भीम सैन ने हाथियां नूं पुच्छां तो चक के उपर मारिया, थल्ले ही नहीं आए मुड़ के। कहंदा ये किवें हो सकदा है, कहंदा ये किवें हो सकदा है, ये तो हो ही नहीं सकदा। जदों इन्नी गल कही, उहदे अंदर शंका पैदा हो गया। सारी कथा ते शंका रहा। कहंदे उहदे शरीर का कोड़ तो हट गया, पर वह कोड़ उहदे नक उत्ते रह गया। जनमेजे दी उहदे नाल मौत हुई। एडा वड्डा राजा, उहदा जिक्र फिर पातशाह ने बाणी अंदर कीता। अपने कर्मां लई रोंदा है, क्योंकि कर्म जिहड़े ने किस थे रोवे रोज, फिर विच कोई विचोला नहीं हुंदा, विच ना कोई कर सके, किस थे रोवे रोज। श्री गुरु नानक साहब महाराज ने बचन किया, रोवे जनमेजा खोए गया। भाई वो पापी हो गया, ਉਹਦੇ ਕੋੜ फुट गया। किमें रोवे जनमेजा खोए गया, एक ही कारण पापी भया। रोवे शेख मसाए कपीर, अंत काल मत लागे भीड़। रोवे राजे कन पड़ाए, घर घर मंगे भिखिया खाए। अखीर ते गल पता की नवेड़ी, कहंदे बाली रोवे ना पतार, नानक दुखिया सब संसार। भाई सारा संसार ही दुखी है, कर्म करके बचिया किमें जाने। इको ही तरीका है, साध संगत विच बह के जपीए सतनाम श्री